ਆਪਣੇ ਹੱਕ ਦੇ ਲਈ ਸਾਨੂੰ ਸੜਕਾਂ ਤੇ ਉਤਰਨਾ ਪਿਆ ਜੀ। ਔਰ ਖੇਤਾਂ 'ਚ ਵੀ ਸਾਡੀ ਜ਼ਰੂਰਤ ਹੈ, ਪਰ ਆਪਣੇ ਹੱਕ ਜਿਹੜੇ ਖੇਤ ਹੋਣਗੇ ਤਾਂ ਅਸੀਂ ਖੇਤਾਂ ਵਿੱਚ ਹੋਵਾਂਗੇ। ਸਾਡੇ ਕੋਲ ਸਾਡੇ ਖੇਤ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜੋ ਆਰਡੀਨੈਂਸ ਲਿਆਂਦੇ ਗਏ ਨੇ ਬਿਲਕੁਲ ਕਿਸਾਨ ਵਿਰੋਧੀ ਨੇ, ਔਰ ਉਹਨਾਂ ਦੇ ਅਗੇਂਸਟ ਜੋ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਅਸੀਂ ਵੀ ਆਪਣਾ ਕੰਟਰੀਬਿਊਟ ਕਰਨ ਆਏ ਹਾਂ। ਔਰ ਅੱਜ ਸਾਰੇ ਪੰਜਾਬ ਦੇ ਖਿਡਾਰੀਆਂ ਦੀ ਕਾਲ ਸੀ ਵੀ ਅਸੀਂ ਦਿੱਲੀ ਪਹੁੰਚਾਂਗੇ, ਔਰ ਜਿੰਨੇ ਵੀ ਸਾਨੂੰ ਮਾਨ ਸਨਮਾਨ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਨੇ ਉਹ ਅਸੀਂ ਵਾਪਸ ਕੀਤੇ ਨੇ ਸਾਰੇ ਵੱਡੇ ਖਿਡਾਰੀਆਂ ਨੇ ਵੀ। ਓਬਵੀਅਸਲੀ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੜਕਾਂ ਤੇ ਆ ਕੇ ਇੱਥੇ ਬੈਠਣ ਦਾ, ਆਪਣਾ ਘਰ-ਬਾਰ ਪਰਿਵਾਰ ਛੱਡ ਕੇ ਅਸੀਂ ਠੰਡ ਦੀਆਂ ਰਾਤਾਂ ਇੱਥੇ ਉਰੇ ਸੜਕਾਂ ਤੇ ਬੈਠੇ ਹਾਂ। ਕੋਈ ਸ਼ੌਂਕ ਤਾਂ ਕਿਸੇ ਨੂੰ ਵੀ ਨਹੀਂ ਹੈਗਾ, ਹੈ ਨਾ। ਸੋ ਮੈਨੂੰ ਲੱਗਦਾ ਕਿ ਸਰਕਾਰ ਨੂੰ ਹੁਣ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ, ਔਰ ਪ੍ਰੈਸ਼ਰ ਵੀ ਹੌਲੀ-ਹੌਲੀ ਬਿਲਡ ਹੋ ਰਿਹਾ। ਇਕੱਲਾ ਪੰਜਾਬ ਦਾ ਨਹੀਂ, ਸਾਰੇ ਹਿੰਦੁਸਤਾਨ ਦਾ ਕਿਸਾਨ ਉੱਠਿਆ, ਔਰ ਜਿਹੜਾ ਪ੍ਰੈਸ਼ਰ ਹੈ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰੇਗਾ। ਖਿਡਾਰੀ ਦੇ ਵਜੋਂ ਤੁਸੀਂ ਬਹੁਤ ਥਾਵਾਂ ਤੇ ਰਿਪਰੈਜ਼ੈਂਟ ਕੀਤਾ, ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ, ਪਰ ਉਸ ਦੇਸ਼ ਦੀ ਹਕੂਮਤ ਜਦੋਂ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਹਿਸਾਬ ਕਰ ਰਹੀ ਹੋਵੇ ਤਾਂ ਦਿਲ ਦੇ ਵਿੱਚ, ਜ਼ਹਿਨ ਦੇ ਵਿੱਚ ਕੀ ਚੱਲ ਰਿਹਾ? ਦੇਖੋ ਓਬਵੀਅਸਲੀ ਇਹ ਹਮੇਸ਼ਾ ਹੀ ਅਸੀਂ ਜਿੱਥੇ ਜਾਂਦੇ ਹਾਂ ਇੰਟਰਨੈਸ਼ਨਲ ਲੈਵਲ 'ਤੇ ਰਿਪਰੈਜ਼ੈਂਟ ਕਰਦੇ ਹਾਂ, ਤੇ ਅਸੀਂ ਕਹਿੰਦੇ ਹਾਂ ਵੀ ਆਰ ਇੰਡੀਅਨ, ਅਸੀਂ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹਾਂ, ਅਸੀਂ ਭਾਰਤੀ ਹਾਂ। ਪਰ ਉਸ ਤੋਂ ਪਹਿਲਾਂ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਦੇ ਪੁੱਤਰ ਹਾਂ। ਪੰਜਾਬ ਦਾ ਕੰਟਰੀਬਿਊਸ਼ਨ ਹਿੰਦੁਸਤਾਨ ਦੀ ਚਾਹੇ ਖੇਡ ਹੋਵੇ, ਚਾਹੇ ਸਿਆਸਤ ਹੋਵੇ, ਤੇ ਚਾਹੇ ਆਜ਼ਾਦੀ ਦੇ ਘੋਲ ਹੋਣ, ਉਹਨਾਂ 'ਚ ਪੰਜਾਬੀਆਂ ਦਾ ਕੰਟਰੀਬਿਊਸ਼ਨ ਸਭ ਤੋਂ ਵੱਧ ਰਿਹਾ। ਬਟ ਸਾਡੇ ਨਾਲ ਕਿਤੇ ਨਾ ਕਿਤੇ ਮਤਰੇਈ ਵਾਲਾ ਮਾਂ ਵਾਲਾ ਸਲੂਕ ਜ਼ਰੂਰ ਕੀਤਾ ਜਾਂਦਾ ਹੈ, ਔਰ ਉਹੀ ਹੱਕ ਲੈਣ ਵਾਸਤੇ ਅਸੀਂ ਖੜੇ ਹਾਂ। ਪਰ ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ, ਔਰ ਸਾਨੂੰ ਬਾਰ-ਬਾਰ ਇਸ ਚੀਜ਼ਾਂ ਜਿਹੜਾ ਨੂੰ ਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ ਤਾਂ ਆਈ ਥਿੰਕ ਜ਼ਿਆਦਾ ਵਧੀਆ ਹੋਏਗਾ। ਇਹ ਪੰਜਾਬ ਦੀ ਕੰਧ ਵੀ ਹੁਣ ਖੜ ਗਈ ਹੈ ਇੱਥੇ ਆਣ ਕੇ ਕਿਸਾਨਾਂ ਦੇ ਨਾਲ, ਤੇ ਹੁਣ ਕਿਸੇ ਵੀ ਹੱਥ ਤੇ ਹੱਕ ਲਿਆਈ ਤੋਂ ਬਿਨਾਂ ਵਾਪਸ ਨਹੀਂ। ਬਿਲਕੁਲ ਜੀ, ਜਿਹੜੀ ਪੰਜਾਬ ਦੀ ਕੰਧ ਆ, ਪੰਜਾਬ ਦੇ ਬਾਬੇ ਨੇ ਇਸ ਵੇਲੇ ਫਾਈਟ ਕਰਦੇ ਪਏ ਨੇ। ਅਸੀਂ 80 ਸਾਲ ਦੇ ਬਜ਼ੁਰਗ ਜਦੋਂ ਆਪਣੇ ਵੇਖਦੇ ਹਾਂ ਔਰ ਉਹਨਾਂ ਦਾ ਹੌਸਲਾ ਵੇਖਦੇ ਹਾਂ, ਫਿਰ ਸਾਡਾ ਹੌਸਲਾ ਹੋਰ ਦੁੱਗਣਾ ਹੋ ਜਾਂਦਾ, ਔਰ ਆਪਣੇ ਬੱਚਿਆਂ ਨੂੰ ਨਾਲ ਵੇਖ ਕੇ ਫਿਰ ਉਹਨਾਂ ਦਾ ਹੌਸਲਾ ਹੋਰ ਵੱਧ ਜਾਂਦਾ। ਸੋ ਇਹ ਚੰਗੀ ਗੱਲ ਹੈ ਜੀ। ਮੈਂ ਸੋਚਦਾ ਹਾਂ ਉਹ ਸਾਈਕੋਲੋਜੀਕਲ ਜਿਹੜਾ ਲੈਵਲ ਹੈ ਨਾ ਉਹਨਾਂ ਦਾ, ਉਸ ਖਾਸ ਕਰਕੇ ਕੰਗਣਾ ਰਣੌਤ ਦਾ, ਉਹ ਖਰਾਬ ਹੈ। ਕਿਉਂਕਿ ਜੇ ਤੁਸੀਂ ਉਹਦੀ ਜਰਨੀ ਦੇਖੋਗੇ ਨਾ, ਉਹ ਕਿਤੇ ਨਾ ਕਿਤੇ ਖੁਦ ਬਹੁਤ ਜ਼ਿਆਦਾ ਡਰੱਗਸ ਦੇ ਵਿੱਚ ਉਹ ਇਨਵੋਲਵ ਰਹੀ ਹੈ, ਹੋਰ ਬਹੁਤ ਸਾਰੇ ਪੁੱਠੇ ਸਿੱਧੇ ਕੰਮਾਂ ਵਿੱਚ ਇਨਵੋਲਵ ਰਹੀ ਹੈ। ਨੋ ਡਾਊਟ ਸ਼ੀ ਟੈਲੈਂਟਡ, ਪਰਮਾਤਮਾ ਨੇ ਉਹਨੂੰ ਮੁਕਾਮ ਦਿੱਤਾ, ਆਪਣੀ ਮਿਹਨਤ ਨਾਲ ਇੱਕ ਜਗ੍ਹਾ ਹਾਸਲ ਕੀਤੀ। ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਇੰਨੀ ਵੀ ਚਮਚਾਗਿਰੀ ਨਹੀਂ ਕਰਨੀ ਚਾਹੀਦੀ। ਦੇਖੋ ਕੁਝ ਹਫ਼ਤੇ ਪਹਿਲਾਂ ਹੀ ਹਾਲੇ ਮਹਾਰਾਸ਼ਟਰ ਗਵਰਨਮੈਂਟ ਨੇ ਉਹਦਾ ਘਰ ਤੋੜਿਆ, ਉਹਦੇ ਵਿੱਚ ਉਹਦੇ ਨਾਲ ਜੋ ਜਾਇਜ਼ ਜਾਂ ਨਾਜਾਇਜ਼ ਹੋਇਆ ਉਹਦਾ ਫੈਸਲਾ ਕੋਰਟ ਕਰਦੀ ਪਈ ਹੈ। ਪਰ ਅਸੀਂ ਸਾਰੇ ਬਾਲੀਵੁੱਡ ਦੇ ਸਾਰੇ ਪੰਜਾਬੀਆਂ ਨੇ ਕਿਤੇ ਨਾ ਕਿਤੇ ਇਸ ਚੀਜ਼ ਦਾ ਹਮੇਸ਼ਾ ਹੀ ਸਪੋਰਟ ਕੀਤੀ ਉਹਨੂੰ ਵੀ ਨਹੀਂ ਧੱਕਾ ਹੋਇਆ। ਇੱਕ ਔਰਤ ਦੇ ਨਾਲ ਧੱਕਾ ਕਰ ਰਹੀ ਹੈ ਸਟੇਟ ਗਵਰਨਮੈਂਟ, ਉਹਦਾ ਘਰ ਨਹੀਂ ਤੋੜਨਾ ਚਾਹੀਦਾ। ਪਰ ਅੱਜ ਜਦੋਂ ਸਾਡੀ ਮਾਂ, ਸਾਡੀ ਜ਼ਮੀਨ ਸਾਡੇ ਕੋਲ ਖੋਈ ਜਾ ਰਹੀ ਹੈ, ਤੇ ਉਹ ਸਾਡੀ ਮਾਵਾਂ ਨੂੰ 100 ਰੁਪਏ ਦਾ ਅਟੈਕ ਕਰ ਰਹੀ ਹੈ। ਉਹ ਮੁਕਾਮ ਹੈ ਕਿ ਸਾਡੀ ਹੋਂਦ ਦੀ ਗੱਲ ਆ ਗਈ ਹੈ। ਜੇ ਹੁਣ ਵੀ ਅਸੀਂ ਹੋਂਦ ਨਾ ਸੰਭਾਲੀ ਤਾਂ ਸਾਡੀ ਹੋਂਦ ਖਤਮ ਹੋਣ ਦੀ ਗੱਲ ਹੋ ਜਾਏਗੀ। ਨਹੀਂ, ਹੁਣ ਤਾਂ ਡੂ ਐਂਡ ਡਾਈ ਵਾਲੀ ਗੱਲ ਹੈ ਜੀ, ਸਿਚੁਏਸ਼ਨ ਜੋ ਬਣੀ ਹੋਈ ਹੈ। ਕਿਉਂਕਿ ਇੱਥੋਂ ਨਾ ਤਾਂ ਕਿਸਾਨ ਬੈਕਫੁੱਟ ਤੇ ਜਾ ਸਕਦਾ, ਔਰ ਜਿਹੜੀ ਸਰਕਾਰ ਹੈ ਉਹ ਵੀ ਬੈਕਫੁੱਟ ਤੇ ਜਾਣ ਵਾਸਤੇ ਤਿਆਰ ਨਹੀਂ। ਸੋ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਵੀ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ, ਕਿਉਂਕਿ ਦਿਸ ਇਜ਼ ਅ ਰਾਈਟ ਟਾਈਮ ਟੂ ਬਿਲਡ ਅ ਪ੍ਰੈਸ਼ਰ। ਜਿੰਨਾ ਅਸੀਂ ਪ੍ਰੈਸ਼ਰ ਬਿਲਡ ਕਰਾਂਗੇ, ਉਸ ਗਵਰਨਮੈਂਟ ਨੂੰ ਫਲੈਕਸੀਬਲ ਹੋਣਾ ਪਵੇਗਾ। ਉੱਥੇ ਕਿਤੇ ਨਾ ਕਿਤੇ ਸਾਡੀ ਜਿਹੜੀਆਂ ਚੀਜ਼ਾਂ ਨੇ ਇਹ ਸੁਣਨੀਆਂ ਪੈਣਗੀਆਂ, ਇਹਨਾਂ ਨੂੰ ਅਮੈਂਡ ਕਰਨਾ ਪਵੇਗਾ। ਸੋ ਜਿੰਨੇ ਵੀ ਨੌਜਵਾਨ ਵੀਰ ਮੇਰੇ ਸੁਣਦੇ ਪਏ, ਉਹਨਾਂ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਵੀ ਤੁਸੀਂ ਇੱਥੇ ਹੋਮਾ ਮਾ ਕੇ ਪਹੁੰਚੋ, ਭਾਵੇਂ ਥੋੜਾ ਸਮਾਂ ਦੇ ਕੇ ਡਿਊਟੀ ਆਪਣੀ ਵਾਪਸ ਜਾਓ, ਪਰ ਇਹਨੂੰ ਐਜ਼ ਡਿਊਟੀ ਲਓ। ਤੁਸੀਂ, ਤੁਹਾਡੀ ਡਿਊਟੀ ਹੈ, ਤੁਹਾਡੀ ਜੌਬ ਹੈ। ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਇਸ ਸੰਘਰਸ਼ ਦੇ ਵਿੱਚ ਹਰੇਕ ਵਿਅਕਤੀ ਆਪਣਾ ਯੋਗਦਾਨ ਪਾ ਰਿਹਾ। ਸਾਡੇ ਨਾਲ ਵਰਿੰਦਰ ਘੁੰਮਣ ਨੇ। ਬਾਈ ਜੀ, ਕਿਸਾਨੀ ਸੰਘਰਸ਼ ਚੱਲ ਰਿਹਾ, ਉਚੇਚੇ ਤੌਰ ਤੇ ਪਹੁੰਚੇ ਹੋ। ਸਭ ਤੋਂ ਪਹਿਲਾਂ ਇਸ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜਿਹੜੇ ਕਿਸਾਨ ਹੁਣ ਖੇਤਾਂ 'ਚ ਹੋਣੇ ਚਾਹੀਦੇ ਸੀ, ਇਸ ਵੇਲੇ ਧਰਨੇ ਤੇ ਮਜਬੂਰ ਹੋਏ ਨੇ। ਆਪਣੇ ਹੱਕ ਦੇ ਲਈ ਸਾਨੂੰ ਸੜਕਾਂ ਤੇ ਉਤਰਨਾ ਪਿਆ ਜੀ, ਔਰ ਖੇਤਾਂ 'ਚ ਵੀ ਸਾਡੀ ਜ਼ਰੂਰਤ ਹੈ, ਪਰ ਆਪਣੇ ਹੱਕ ਜਿਹੜੇ ਖੇਤ ਹੋਣਗੇ ਤਾਂ ਅਸੀਂ ਖੇਤਾਂ ਵਿੱਚ ਹੋਵਾਂਗੇ। ਸਾਡੇ ਕੋਲ ਸਾਡੇ ਖੇਤ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜੋ ਆਰਡੀਨੈਂਸ ਲਿਆਂਦੇ ਗਏ ਨੇ ਬਿਲਕੁਲ ਕਿਸਾਨ ਵਿਰੋਧੀ ਨੇ, ਔਰ ਉਹਨਾਂ ਦੇ ਅਗੇਂਸਟ ਜੋ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਅਸੀਂ ਵੀ ਆਪਣਾ ਕੰਟਰੀਬਿਊਟ ਕਰਨ ਆਏ ਹਾਂ। ਔਰ ਅੱਜ ਸਾਰੇ ਪੰਜਾਬ ਦੇ ਖਿਡਾਰੀਆਂ ਦੀ ਕਾਲ ਸੀ ਵੀ ਅਸੀਂ ਦਿੱਲੀ ਪਹੁੰਚਾਂਗੇ, ਔਰ ਜਿੰਨੇ ਵੀ ਸਾਨੂੰ ਮਾਨ ਸਨਮਾਨ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਨੇ ਉਹ ਅਸੀਂ ਵਾਪਸ ਕੀਤੇ ਨੇ ਸਾਰੇ ਵੱਡੇ ਖਿਡਾਰੀਆਂ ਨੇ ਵੀ। ਔਰ ਬੀਇੰਗ ਐਜ਼ ਅ ਸਪੋਰਟਸਮੈਨ ਮੈਂ ਵੀ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ, ਇੰਡੀਆ ਨੂੰ ਰਿਪਰੈਜ਼ੈਂਟ ਕਰਦਾ, ਔਰ ਅਸੀਂ ਆਪਣੀ ਜ਼ਿੰਮੇਵਾਰੀ ਸਮਝੀ ਇਸ ਕਰਕੇ ਇੱਥੇ ਪਹੁੰਚੇ ਹਾਂ ਜੀ। ਵਰਿੰਦਰ, ਕਿਵੇਂ ਦੇਖਦੇ ਹੋ ਜਿਹੜੇ ਕਿਸਾਨ ਆਪਣੇ ਤੌਰ ਤੇ ਕਹਿ ਰਹੇ ਨੇ ਕਿ ਸਾਡੇ ਲਈ ਇਹ ਕਾਨੂੰਨ ਦਾ ਨਹੀਂ ਮਿਲ ਰਿਹਾ, ਤੇ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਕਿ ਵਾਪਸ ਹੋਣ? ਦੇਖੋ ਓਬਵੀਅਸਲੀ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੜਕਾਂ ਤੇ ਆ ਕੇ ਇੱਥੇ ਬੈਠਣ ਦਾ, ਆਪਣਾ ਘਰ-ਬਾਰ ਪਰਿਵਾਰ ਛੱਡ ਕੇ ਅਸੀਂ ਠੰਡ ਦੀਆਂ ਰਾਤਾਂ ਇੱਥੇ ਉਰੇ ਸੜਕਾਂ ਤੇ ਬੈਠੇ ਹਾਂ। ਕੋਈ ਸ਼ੌਂਕ ਤਾਂ ਕਿਸੇ ਨੂੰ ਵੀ ਨਹੀਂ ਹੈਗਾ, ਹੈ ਨਾ। ਸੋ ਮੈਨੂੰ ਲੱਗਦਾ ਕਿ ਸਰਕਾਰ ਨੂੰ ਹੁਣ ਇਹ ਚੀਜ਼ ਨੂੰ ਸਮਝਣਾ ਚਾਹੀਦਾ, ਔਰ ਪ੍ਰੈਸ਼ਰ ਵੀ ਹੌਲੀ-ਹੌਲੀ ਬਿਲਡ ਹੋ ਰਿਹਾ। ਇਕੱਲਾ ਪੰਜਾਬ ਦਾ ਨਹੀਂ, ਸਾਰੇ ਹਿੰਦੁਸਤਾਨ ਦਾ ਕਿਸਾਨ ਉੱਠਿਆ, ਔਰ ਜਿਹੜਾ ਪ੍ਰੈਸ਼ਰ ਹੈ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰੇਗਾ। ਇੱਕ ਖਿਡਾਰੀ ਦੇ ਵਜੋਂ ਤੁਸੀਂ
ਇੱਕ ਖਿਡਾਰੀ ਦੇ ਵਜੋਂ ਤੁਸੀਂ ਬਹੁਤ ਥਾਵਾਂ ਤੇ ਰਿਪਰੈਜ਼ੈਂਟ ਕੀਤਾ, ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ, ਪਰ ਉਸ ਦੇਸ਼ ਦੀ ਹਕੂਮਤ ਜਦੋਂ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਹਿਸਾਬ ਕਰ ਰਹੀ ਹੋਵੇ ਤਾਂ ਦਿਲ ਦੇ ਵਿੱਚ, ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਹੈ? ਦੇਖੋ ਆਬਵੀਅਸਲੀ ਇਹ ਹਮੇਸ਼ਾ ਹੀ ਅਸੀਂ ਜਿੱਥੇ ਜਾਂਦੇ ਆ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਦੇ ਆ ਤੇ ਅਸੀਂ ਕਹਿੰਦੇ ਆ ਵੀ ਆਰ ਇੰਡੀਅਨ, ਅਸੀਂ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆ, ਅਸੀਂ ਭਾਰਤੀ ਆ। ਪਰ ਉਸ ਤੋਂ ਪਹਿਲਾਂ ਅਸੀਂ ਪੰਜਾਬੀ ਆ, ਅਸੀਂ ਪੰਜਾਬ ਦੇ ਪੁੱਤਰ ਆ। ਪੰਜਾਬ ਦਾ ਕੰਟਰੀਬਿਊਸ਼ਨ ਹਿੰਦੁਸਤਾਨ ਦੀ ਚਾਹੇ ਖੇਡ ਹੋਵੇ, ਚਾਹੇ ਸਿਆਸਤ ਹੋਵੇ ਤੇ ਚਾਹੇ ਆਜ਼ਾਦੀ ਦੇ ਘੋਲ ਹੋਣ, ਉਹਨਾਂ 'ਚ ਪੰਜਾਬੀਆਂ ਦਾ ਕੰਟਰੀਬਿਊਸ਼ਨ ਸਭ ਤੋਂ ਵੱਧ ਰਿਹਾ। ਬਟ ਸਾਡੇ ਨਾਲ ਕਿਤੇ ਨਾ ਕਿਤੇ ਮਤਰੇਈ ਵਾਲਾ ਮਾਂ ਵਾਲਾ ਸਲੂਕ ਜ਼ਰੂਰ ਕੀਤਾ ਜਾਂਦਾ ਹੈ ਔਰ ਉਹੀ ਹੱਕ ਲੈਣ ਵਾਸਤੇ ਅਸੀਂ ਖੜੇ ਹਾਂ। ਪਰ ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਔਰ ਸਾਨੂੰ ਬਾਰ-ਬਾਰ ਇਸ ਚੀਜ਼ਾਂ ਜਿਹਨਾਂ ਨੂੰ ਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ ਤਾਂ ਆਈ ਥਿੰਕ ਜ਼ਿਆਦਾ ਵਧੀਆ ਹੋਏਗਾ। ਵਰਿੰਦਰ, ਤੁਹਾਡੇ ਨਾਲ ਇੱਕ ਗੱਲ ਕਰਨੀ ਬੇहद ਲਾਜ਼ਮੀ ਹੈ ਇਸ ਵੇਲੇ, ਕਿਉਂਕਿ ਅਕਸਰ ਕਹਿ ਦਿੱਤਾ ਜਾਂਦਾ ਸੀ ਕਿ ਪੰਜਾਬ ਦਾ, ਹਰਿਆਣੇ ਦਾ ਨੌਜਵਾਨ ਨਸ਼ੇੜੀ ਹੋ ਗਿਆ। ਜਿਸ ਤਰੀਕੇ ਦੇ ਨਾਲ ਨੌਜਵਾਨ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਨੇ, ਤੁਸੀਂ ਵੀ ਹਮੇਸ਼ਾ ਨੌਜਵਾਨਾਂ ਨੂੰ ਮੋਟੀਵੇਟ ਕਰਦੇ ਰਹਿੰਦੇ ਹੋ ਐਜ਼ ਅ ਵੈਜੀਟੇਰੀਅਨ ਬਾਡੀ ਬਿਲਡਰ, ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਵੇਲੇ ਸਾਰੇ ਨੌਜਵਾਨ ਇਕੱਠੇ ਹੋਏ ਨੇ? ਸਰ ਮੈਂ ਤਾਂ ਇੱਕ ਗੱਲ ਕਹਿਣਾ ਜੀ, ਮੈਂ ਪੰਜਾਬ ਤੋਂ ਹਾਂ, ਮੈਂ ਪੰਜਾਬੀ ਹਾਂ। ਇਦਾਂ ਦਾ ਇੱਕ ਦੂਜਾ ਪੀਸ ਪੂਰੇ ਹਿੰਦੁਸਤਾਨ 'ਚੋਂ ਕੱਢ ਕੇ ਦਿਖਾ ਦਿਓ। ਮੈਂ ਸੋ ਪੰਜਾਬ ਦਾ ਕੰਟਰੀਬਿਊਸ਼ਨ ਤੁਹਾਨੂੰ ਪਹਿਲਾਂ ਕਿਹਾ ਵੀ ਸਪੋਰਟਸ ਦੇ ਵਿੱਚ ਹਰ ਚੀਜ਼ ਦੇ ਵਿੱਚ ਪੰਜਾਬ ਮੋਹਰੀ ਰਿਹਾ। ਜਿਹੜਾ ਡੀਫੇਮਿੰਗ ਕਰਦੇ ਰਹੇ ਨੇ ਸ਼ੁਰੂ ਤੋਂ, ਹਾਂ ਆਬਵੀਅਸਲੀ ਦੇਖੋ ਸਰਕਾਰਾਂ ਦੀ ਮਨੋਪੀ ਹੁੰਦੀ ਹੈ, ਇੱਕ ਉਹਨਾਂ ਦੀ ਸਟ੍ਰੈਟਜੀ ਹੁੰਦੀ ਹੈ ਨਾ ਵੀ ਕਿਸੇ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਜਿਹੜੀ ਜਰਨੈਲਾਂ ਦੀ ਕੌਮ ਹੈ, ਯੋਧੇ ਨੇ, ਸੰਘਰਸ਼ ਕਰ ਸਕਦੇ ਨੇ। ਇੱਕ ਬਾਰਡਰ ਏਰੀਆ ਸਾਨੂੰ ਪੈਂਦਾ, ਸਾਨੂੰ ਉਸ ਪਾਸੇ ਧੱਕਣ ਦੀ ਕੋਸ਼ਿਸ਼ ਕੀਤੀ ਗਈ ਹਮੇਸ਼ਾ ਹੀ ਵੀ ਇਹਨਾਂ ਨੂੰ ਡੀਫੇਮ ਕਰੋ, ਇਹਨਾਂ ਨੂੰ ਅੱਤਵਾਦੀ ਹੋਣ ਦਾ ਟੈਗ ਲਾ ਦਿਓ, ਇਹ ਨਸ਼ੇੜੀ ਨੇ। ਪਰ ਅੱਜ ਤੁਸੀਂ ਦੇਖ ਰਹੇ ਹੋ ਮੈਨੂੰ ਕੁਝ ਬੋਲਣ ਦੀ ਲੋੜ ਨਹੀਂ ਇਹਦੇ ਉੱਤੇ। ਮੰਨ ਲਈ ਕਿ ਪੰਜਾਬ ਦੀ ਕੰਧ ਵੀ ਹੁਣ ਖੜ ਗਈ ਹੈ ਇੱਥੇ ਆਣ ਕੇ ਕਿਸਾਨਾਂ ਦੇ ਨਾਲ, ਤੇ ਹੁਣ ਕਿਸੇ ਵੀ ਹੱਥ ਤੇ ਹੱਕ ਲਿਆਈ ਤੋਂ ਬਿਨਾਂ ਵਾਪਸ ਨਹੀਂ ਮੁੜਨਾ। ਨਹੀਂ ਬਿਲਕੁਲ ਜੀ, ਜਿਹੜੀ ਪੰਜਾਬ ਦੀ ਕੰਧ ਆ, ਪੰਜਾਬ ਦੇ ਬਾਬੇ ਨੇ ਇਸ ਵੇਲੇ ਫਾਈਟ ਕਰਦੇ ਪਏ ਨੇ। ਅਸੀਂ 80-80 ਸਾਲ ਦੇ ਬਜ਼ੁਰਗ ਜਦੋਂ ਆਪਣੇ ਵੇਖਦੇ ਹਾਂ ਔਰ ਉਹਨਾਂ ਦਾ ਹੌਸਲਾ ਵੇਖਦੇ ਹਾਂ, ਫਿਰ ਸਾਡਾ ਹੌਸਲਾ ਹੋਰ ਦੁੱਗਣਾ ਹੋ ਜਾਂਦਾ ਔਰ ਆਪਣੇ ਬੱਚਿਆਂ ਨੂੰ ਨਾਲ ਵੇਖ ਕੇ ਫਿਰ ਉਹਨਾਂ ਦਾ ਹੌਸਲਾ ਹੋਰ ਵੱਧ ਜਾਂਦਾ। ਸੋ ਇਹ ਚੰਗੀ ਗੱਲ ਹੈ ਜੀ, ਬਹੁਤ ਵਧੀਆ ਗੱਲ। ਤੁਸੀਂ ਰਿਪਰੈਜ਼ੈਂਟ ਕੀਤਾ, ਤੁਸੀਂ ਬਾਲੀਵੁੱਡ ਦੇ ਵਿੱਚ ਫਿਲਮਾਂ ਵੀ ਕਰ ਰਹੇ ਹੋ, ਤੁਸੀਂ ਹਾਲੀਵੁੱਡ ਤੱਕ ਪਹੁੰਚ ਰੱਖਦੇ ਹੋ, ਤਾਂ ਇਸ ਵਕਤ ਹਾਲੀਵੁੱਡ ਜਾਂ ਬਾਲੀਵੁੱਡ ਇਹ ਬਹੁਤ ਅਹਿਮ ਹਿੱਸਾ ਹੁੰਦੇ ਨੇ ਕਿਉਂਕਿ ਲੋਕ ਮਨੋਰੰਜਨ ਦੇ ਨਾਲ ਜੁੜੇ ਹੋਏ ਨੇ। ਪਰ ਬਾਲੀਵੁੱਡ ਤੋਂ ਬਹੁਤ ਸਾਰੀਆਂ ਟਵੀਟਸ ਇਦਾਂ ਦੀਆਂ ਹੋ ਰਹੀਆਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਦੱਸ ਰਹੀਆਂ, ਵੱਖਵਾਦੀ ਦੱਸ ਰਹੀਆਂ। ਇਹ ਕਹਿ ਰਹੀਆਂ ਕਿ ਇਹ ਤਾਂ 100 ਰੁਪਏ ਤੇ ਔਰਤਾਂ ਆਈਆਂ ਹੋਈਆਂ ਨੇ। ਕੰਗਣਾ ਰਣੌਤ ਦਾ ਟਵੀਟ ਸਰ ਮੈਂ ਸੋਚਦਾ ਉਹਨਾਂ ਉਹ ਸਾਈਕੋਲੋਜੀਕਲ ਜਿਹੜਾ ਲੈਵਲ ਹੈ ਨਾ ਉਹਨਾਂ ਦਾ, ਉਸ ਖਾਸ ਕਰਕੇ ਕੰਗਣਾ ਰਣੌਤ ਦਾ, ਉਹ ਖਰਾਬ ਹੈ। ਕਿਉਂਕਿ ਜੇ ਤੁਸੀਂ ਉਹਦੀ ਜਰਨੀ ਦੇਖੋਗੇ ਨਾ, ਉਹ ਕਿਤੇ ਨਾ ਕਿਤੇ ਖੁਦ ਬਹੁਤ ਜ਼ਿਆਦਾ ਡਰੱਗਸ ਦੇ ਵਿੱਚ ਉਹ ਇਨਵੋਲਵ ਰਹੀ ਹੈ, ਹੋਰ ਬਹੁਤ ਸਾਰੇ ਪੁੱਠੇ ਸਿੱਧੇ ਕੰਮਾਂ ਵਿੱਚ ਇਨਵੋਲਵ ਰਹੀ ਹੈ। ਨੋ ਡਾਊਟ ਸ਼ੀ ਟੈਲੈਂਟਡ, ਪਰਮਾਤਮਾ ਨੇ ਉਹਨੂੰ ਮੁਕਾਮ ਦਿੱਤਾ, ਆਪਣੀ ਮਿਹਨਤ ਨਾਲ ਇੱਕ ਜਗ੍ਹਾ ਹਾਸਲ ਕੀਤੀ। ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਇੰਨੀ ਵੀ ਚਮਚਾਗਿਰੀ ਨਹੀਂ ਕਰਨੀ ਚਾਹੀਦੀ। ਦੇਖੋ ਕੁਝ ਹਫ਼ਤੇ ਪਹਿਲਾਂ ਹੀ ਹਾਲੇ ਮਹਾਰਾਸ਼ਟਰ ਗਵਰਨਮੈਂਟ ਨੇ ਉਹਦਾ ਘਰ ਤੋੜਿਆ, ਉਹਦੇ ਵਿੱਚ ਉਹਦੇ ਨਾਲ ਜੋ ਜਾਇਜ਼ ਜਾਂ ਨਾਜਾਇਜ਼ ਹੋਇਆ ਉਹਦਾ ਫੈਸਲਾ ਕੋਰਟ ਕਰਦੀ ਪਈ ਹੈ। ਪਰ ਅਸੀਂ ਸਾਰੇ ਬਾਲੀਵੁੱਡ ਨੇ, ਸਾਰੇ ਪੰਜਾਬੀਆਂ ਨੇ ਕਿਤੇ ਨਾ ਕਿਤੇ ਇਸ ਚੀਜ਼ ਦਾ ਹਮੇਸ਼ਾ ਹੀ ਸਪੋਰਟ ਕੀਤੀ ਉਹਨੂੰ ਵੀ ਨਹੀਂ ਇਹ ਧੱਕਾ ਹੋਇਆ। ਇੱਕ ਔਰਤ ਦੇ ਨਾਲ ਧੱਕਾ ਕਰ ਰਹੀ ਹੈ ਸਟੇਟ ਗਵਰਨਮੈਂਟ, ਉਹਦਾ ਘਰ ਨਹੀਂ ਤੋੜਨਾ ਚਾਹੀਦਾ। ਪਰ ਅੱਜ ਜਦੋਂ ਸਾਡੀ ਮਾਂ, ਸਾਡੀ ਜ਼ਮੀਨ ਸਾਡੇ ਕੋਲ ਖੋਈ ਜਾ ਰਹੀ ਹੈ ਤੇ ਉਹ ਸਾਡੀ ਮਾਵਾਂ ਨੂੰ 100 ਰੁਪਏ ਦਾ ਅਟੈਕ ਕਰ ਰਹੀ ਹੈ। ਸੋ ਇਹ ਇਟਸ ਟੋਟਲੀ ਬੁਲਸ਼ਿਟ। ਉਹਨਾਂ ਦੀ ਸੋਚ ਦੱਸਦੀ ਵੀ ਕਿਸ ਸੋਚ ਦੇ ਕਿਸ ਲੈਵਲ ਦੇ ਬੰਦੇ ਨੇ। ਜ਼ਰੂਰੀ ਨਹੀਂ ਬੰਦਾ ਕਾਮਯਾਬ ਹੋ ਗਿਆ ਤਾਂ ਸੋਚ ਦੀ ਬਹੁਤ ਵੱਡੀ ਹੋਏਗੀ। ਇਟਸ ਅਬਾਊਟ ਲੱਕ। ਕਾਮਯਾਬ ਹੋ ਗਈ ਵੱਖਰੀ ਗੱਲ ਹੈ, ਪਰ ਸੋਚ ਬਹੁਤ ਮਾੜੀ ਹੈ। ਪੰਜਾਬੀ ਨੂੰ ਸੰਭਾਲਣਾ ਬੜਾ ਮੁਸ਼ਕਿਲ ਹੁੰਦਾ ਹੈ। ਇਸ ਵੇਲੇ ਬਹੁਤ ਸਾਰੇ ਨੌਜਵਾਨ ਇਸ ਵੀਡੀਓ ਨੂੰ ਦੇਖ ਰਹੇ ਹੋਣੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਅੱਜ ਉਹ ਮੁਕਾਮ ਹੈ ਕਿ ਸਾਡੀ ਹੋਂਦ ਦੀ ਗੱਲ ਆ ਗਈ ਹੈ। ਜੇ ਹੁਣ ਵੀ ਅਸੀਂ ਹੋਂਦ ਨਾ ਸੰਭਾਲੀ ਤਾਂ ਸਾਡੀ ਹੋਂਦ ਖਤਮ ਹੋਣ ਦੀ ਗੱਲ ਹੋ ਜੇ। ਨਹੀਂ, ਹੁਣ ਤਾਂ ਡੂ ਐਂਡ ਡਾਈ ਵਾਲੀ ਗੱਲ ਹੈ ਜੀ, ਇਹ ਸਿਚੁਏਸ਼ਨ ਜੋ ਬਣੀ ਹੋਈ ਹੈ। ਕਿਉਂਕਿ ਇੱਥੋਂ ਨਾ ਤਾਂ ਕਿਸਾਨ ਬੈਕਫੁੱਟ ਤੇ ਜਾ ਸਕਦਾ ਔਰ ਜਿਹੜੀ ਸਰਕਾਰ ਹੈ ਉਹ ਵੀ ਬੈਕਫੁੱਟ ਤੇ ਜਾਣ ਵਾਸਤੇ ਤਿਆਰ ਨਹੀਂ। ਸੋ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਵੀ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ, ਕਿਉਂਕਿ ਦਿਸ ਇਜ਼ ਅ ਰਾਈਟ ਟਾਈਮ ਟੂ ਬਿਲਡ ਅ ਪ੍ਰੈਸ਼ਰ। ਜਿੰਨਾ ਅਸੀਂ ਪ੍ਰੈਸ਼ਰ ਬਿਲਡ ਕਰਾਂਗੇ ਉਸ ਗਵਰਨਮੈਂਟ ਨੂੰ ਫਲੈਕਸੀਬਲ ਹੋਣਾ ਪਵੇਗਾ। ਉੱਥੇ ਕਿਤੇ ਨਾ ਕਿਤੇ ਸਾਡੀ ਜਿਹੜੀਆਂ ਚੀਜ਼ਾਂ ਨੇ ਇਹ ਸੁਣਨੀਆਂ ਪੈਣਗੀਆਂ, ਇਹਨਾਂ ਨੂੰ ਅਮੈਂਡ ਕਰਨਾ ਪਵੇਗਾ। ਸੋ ਜਿੰਨੇ ਵੀ ਨੌਜਵਾਨ ਵੀਰ ਮੇਰੇ ਸੁਣਦੇ ਪਏ ਨੇ ਉਹਨਾਂ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਵੀ ਤੁਸੀਂ ਇੱਥੇ ਹੋਮ ਆ ਕੇ ਪਹੁੰਚੋ, ਭਾਵੇਂ ਥੋੜਾ ਸਮਾਂ ਦੇ ਕੇ ਡਿਊਟੀ ਆਪਣੀ ਵਾਪਸ ਜਾਓ, ਪਰ ਇਹਨੂੰ ਐਜ਼ ਅ ਡਿਊਟੀ ਲਓ। ਤੁਸੀਂ, ਤੁਹਾਡੀ ਡਿਊਟੀ ਹੈ, ਤੁਹਾਡੀ ਜੌਬ ਹੈ। ਹੁਣੀ ਮੈਂ ਸੁਣ ਰਿਹਾ ਸੀ ਤੁਸੀਂ ਵੀ ਆਪਣੇ ਵੱਲੋਂ ਯੋਗਦਾਨ ਪਾ ਕੇ ਜਾ ਰਹੇ ਹੋ, ਵੱਡੀ ਗਿਣਤੀ ਦੇ ਵਿੱਚ ਦੁੱਧ ਪਹੁੰਚਾਇਆ ਜਾ ਰਿਹਾ। ਹਾਂਜੀ, ਸਾਡੇ ਮੇਰੇ ਵੀਰ ਨੇ, ਮੈਂ ਵੀ ਡੇਅਰੀ ਫਾਰਮਰ ਹਾਂ ਜੀ, ਸਾਡੇ ਕੋਲ 700-800 ਮੱਝ ਹੈ ਆਪਣੀ ਪੰਜਾਬ 'ਚ। ਅਸੀਂ ਦੇਖੋ ਹਰ ਖੇਤੀਬਾੜੀ ਨਾਲ ਜੁੜਿਆ ਹੋਇਆ ਬੰਦਾ ਨਾਲ ਸਹਾਇਕ ਧੰਦੇ ਕਰਦਾ, ਕੋਈ ਪਸ਼ੂ ਪਾਲਣ ਕਰਦਾ, ਕੋਈ ਮੁਰਗੀ ਪਾਲਣ ਕਰਦਾ, ਕੋਈ ਮੱਛੀ ਪਾਲਣ ਕਰਦਾ, ਜਾਂ ਹੋਰ ਨਾਲ ਉਹਨਾਂ ਦੇ ਸਹਾਇਕ ਧੰਦੇ ਨੇ। ਸੋ ਅਸੀਂ ਵੀ, ਮੈਂ ਵੀ ਡੇਅਰੀ ਫਾਰਮਿੰਗ ਦਾ ਕੰਮ ਕਰਦਾ। ਅਸੀਂ 3 ਕੁਇੰਟਲ ਦੁੱਧ ਲੈ ਕੇ ਆਏ ਹਾਂ ਜੋ ਕੰਟਰੀਬਿਊਟ ਕਰਾਂਗੇ ਇੱਥੇ ਚਾਹ ਦੁੱਧ ਲੰਗਰ ਦੇ ਵਿੱਚ ਕਿੰਨਾ ਕਿਤੇ ਯੂਜ਼ ਕੀਤਾ ਜਾ ਸਕੇ। ਸੋ ਐਜ਼ ਅ ਬੀਇੰਗ ਏ ਹਿਊਮਨ ਸਾਡੀ ਇਹ ਡਿਊਟੀ ਵੀ ਬਣਦੀ ਹੈ ਤੇ ਨਾਲੇ ਪੰਜਾਬੀ ਦਾ ਜੰਮੇ ਇਸ ਕੰਮ ਵਾਸਤੇ ਹੈ। ਸੋ ਇਸ ਨੂੰ ਵਰਿੰਦਰ ਘੁੰਮਣ ਸਾਫ਼ ਤੌਰ ਤੇ ਕਹਿੰਦੇ ਨੇ ਕਿ ਇਸ ਵੇਲੇ ਹਰ ਪੰਜਾਬੀ ਨੂੰ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਦੀ ਲੋੜ ਹੈ ਤੇ ਆਪਣੇ ਵੱਲੋਂ ਉਹੀ ਅਪੀਲ ਕਰ ਰਹੇ ਨੇ ਨੌਜਵਾਨਾਂ ਨੂੰ ਕਿ ਵੱਧ ਚੜ੍ਹ ਕੇ ਇਸ ਸੰਘਰਸ਼ ਦਾ ਹਿੱਸਾ ਬਣਿਆ ਜਾਵੇ ਤੇ ਤਾਂ ਜੋ ਇਹ ਸੰਘਰਸ਼ ਸਫਲਤਾ ਵੱਲ ਜਾਵੇ ਅਤੇ ਕਿਸਾਨ ਅਤੇ ਨੌਜਵਾਨ ਅਤੇ ਪੰਜਾਬੀ ਅਤੇ ਹਰ ਵਰਗ ਜਿਹੜਾ ਇਸ ਸੰਘਰਸ਼ ਦਾ ਹਿੱਸਾ ਬਣਿਆ ਹੋਇਆ ਉਹ ਇਸ ਸੰਘਰਸ਼ ਦੇ ਵਿੱਚੋਂ ਜਿੱਤ ਹਾਸਲ ਕਰਕੇ ਜਾਵੇ। ਤੁਹਾਡਾ ਇਸ ਬਾਰੇ ਕੀ ਸੋਚਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਸਹਿਯੋਗੀ ਐਸਕੇ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਕੁੰਡਲੀ ਬਾਰਡਰ।